ਅਕਸਰ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਜਿਹੜਾ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ ਆ, ਜਿੰਨਾ ਚਿਰ ਉਹਨਾਂ ਦਾ ਹਸਬੈਂਡ ਜਾਂ ਵਾਈਫ ਕੈਨੇਡਾ ਦੇ ਵਿੱਚ ਜਾ ਕੇ ਸਟੱਡੀ ਵੀਜ਼ਾ ਤੇ ਆਪਦੀ ਸਟੱਡੀ ਸ਼ੁਰੂ ਨਹੀਂ ਕਰਦਾ, ਉਹਨਾਂ ਚਿਰ ਉਹ ਆਪਦਾ ਕੈਨੇਡਾ ਦਾ ਸਪਾਊਸ ਵੀਜ਼ਾ ਨਹੀਂ ਅਪਲਾਈ ਕਰ ਸਕਦੇ। ਦੂਜਾ ਸਵਾਲ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਕਿ ਕੈਨੇਡਾ ਦਾ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਦੇ ਨਾਲ ਇਕੱਠਿਆਂ ਹੋ ਸਕਦਾ ਜਾਂ ਨਹੀਂ ਹੋ ਸਕਦਾ। ਸੋ ਇਹ ਬਹੁਤ ਵੱਡੇ ਸਵਾਲ ਨੇ, ਕਿਉਂਕਿ ਇਮੀਗ੍ਰੇਸ਼ਨ ਫਰਾਡ ਬਹੁਤ ਵੱਡੀ ਤਾਦਾਦ ਦੇ ਵਿੱਚ ਹੋ ਰਿਹਾ, ਮੈਰਿਜ ਫਰਾਡ ਬਹੁਤ ਵੱਡੀ ਤਾਦਾਦ ਦੇ ਵਿੱਚ ਹੋ ਰਿਹਾ। ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਭੈਣ ਭਰਾ ਉਹ ਇਹ ਸੋਚਦੇ ਆ ਕਿ ਚਲੋ ਸਟੂਡੈਂਟ ਵੀਜ਼ਾ ਦੇ ਨਾਲ ਹੀ ਜਿਹੜਾ ਸਪਾਊਸ ਓਪਨ ਵਰਕ ਪਰਮਿਟ ਵਾਲਾ ਐਪਲੀਕੈਂਟ ਕੈਨੇਡਾ ਪਹੁੰਚ ਜੂਗਾ ਤੇ ਜ਼ਿੰਦਗੀ ਸੌਖੀ ਹੋ ਜੂਗੀ। ਪਰ ਬਹੁਤ ਸਾਰੇ ਇੱਦਾਂ ਦੇ ਵੀ ਇਸ਼ੂ ਆ ਜਾਂਦੇ ਜਿਨ੍ਹਾਂ ਦੇ ਕਰਕੇ ਇੱਕ ਬੰਦਾ ਕੈਨੇਡਾ ਆ ਜਾਂਦਾ, ਇੱਕ ਬੰਦਾ ਇੰਡੀਆ ਰਹਿ ਜਾਂਦਾ। ਸੋ ਇਸ ਮੁੱਦੇ ਤੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਇਸ ਮੁੱਦੇ ਤੇ ਚੰਗੀ ਤਰ੍ਹਾਂ ਵਿਚਾਰ ਦੇਣ ਦੇ ਲਈ ਕਿੱਦਾਂ ਆਪਾਂ ਸਟੂਡੈਂਟ ਤੇ ਸਪਾਊਸ ਇਕੱਠੇ ਅਪਲਾਈ ਕਰ ਸਕਦੇ ਹਾਂ ਕੈਨੇਡਾ ਦੇ, ਸੋ ਉਹਦੇ ਉੱਤੇ ਚਰਚਾ ਕਰਨ ਦੇ ਨਾਲ ਸਾਡੇ RCIC ਮੈਂਬਰ ਜਿਹੜੇ ਹੈਗੇ ਆ ਅਮਨਦੀਪ ਸਿੰਘ ਢਿੱਲੋਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਜੀ। ਕਾਫੀ ਟਾਈਮ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜਾ ਇਮੀਗ੍ਰੇਸ਼ਨ ਫਰਾਡ ਆ ਉਹਦੇ ਨਾਲ ਨਾਲ ਮੈਰਿਜ ਫਰਾਡ ਵੀ ਬਹੁਤ ਵਧਿਆ ਬਾਈ ਜੀ। ਮਸਲਾ ਇਹ ਹੋ ਗਿਆ ਕਿ ਬਹੁਤ ਸਾਰੇ ਜਵਾਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਵੀ ਖਤਮ ਹੋ ਗਈਆਂ। ਠੀਕ ਹੈ, ਇੱਕ ਬੰਦਾ ਕੈਨੇਡਾ ਆ ਜਾਂਦਾ ਤੇ ਇੱਥੇ ਆਣ ਕੇ ਉਹ ਆਪਦੀ ਨਵੀਂ ਲਾਈਫ ਸ਼ੁਰੂ ਕਰ ਲੈਂਦਾ ਤੇ ਦੂਜੇ ਪਾਸੇ ਜਿਹੜਾ ਬੰਦਾ ਇੰਡੀਆ 'ਚ ਬੈਠਾ ਹੁੰਦਾ, ਠੀਕ ਹੈ, ਉਹ ਉੱਥੇ ਦਾ ਉੱਥੇ ਰਹਿ ਜਾਂਦਾ। ਮੈਰਿਜ ਫਰਾਡ ਵੀ ਕਿਹਾ ਜਾ ਰਿਹਾ। ਇਹ ਬਾਈ ਜੀ ਕਿਉਂ ਪਲਪਿਆ ਬਹੁਤ ਵੱਡੀ ਤਾਦਾਦ ਦੇ ਵਿੱਚ? ਵੀ ਜਿਵੇਂ ਇੱਕ ਬੂਟਾ ਲਾਇਆ ਉਹ ਬਹੁਤ ਵੱਡਾ ਹੋ ਗਿਆ, ਉਹ ਬੂਟੇ ਨੇ ਜਾਣੀ ਕਿ ਫਲ ਵੀ ਬਹੁਤ ਦਿੱਤੇ ਆ। ਜਿਹੜੇ ਸਪਾਊਸ ਓਪਨ ਵਰਕ ਪਰਮਿਟ ਵਾਲੇ ਬਹੁਤ ਸਾਰੇ ਭੈਣ ਭਰਾ ਕੈਨੇਡਾ ਆ ਗਏ ਆ ਤੇ ਬਹੁਤ ਸਾਰੇ ਹਜੇ ਉੱਥੇ ਬੈਠੇ ਆ। ਸੋ ਮੈਰਿਜ ਫਰਾਡ ਨੂੰ ਵਧਾਉਣ ਦੇ ਵਿੱਚ ਕਿੰਨਾ ਲੋਕਾਂ ਦਾ ਹੱਥ ਆ ਤੇ ਇਹਨੂੰ ਆਪਾਂ ਕਿਵੇਂ ਨੱਥ ਪਾ ਸਕਦੇ ਹਾਂ? ਮਾੜੀ ਜੀ ਇਸ ਚੀਜ਼ ਤੇ ਆਪਾਂ ਗੱਲ ਕਰ ਲਈਏ ਪਹਿਲਾਂ। ਸੋ ਸਿਮਰ, ਜੇ ਆਪਾਂ ਹਿਸਟਰੀ ਦੇਖੀਏ ਵੀ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਸੀ 41 42 ਦੀ ਜਦ ਆਪਾਂ ਗੱਲ ਕਰਦੇ ਹਾਂ ਤਾਂ ਉਹ ਕੋਈ ਬਹੁਤੀ ਕਹਿ ਲਓ ਵੀ ਐਵੇਂ ਨਹੀਂ ਸੀ ਹੈਗਾ ਵੀ ਹਾਂ ਸਪਾਊਸਲ ਓਪਨ ਵਰਕ ਪਰਮਿਟ ਵੀ ਕੋਈ ਬਹੁਤ ਨਵਾਂ ਆਇਆ ਪਿਛਲੇ ਦਿਨਾਂ, ਮਤਲਬ ਪਿਛਲੇ ਸਾਲਾਂ ਦੇ ਵਿੱਚ ਵੀ ਇਹ ਕੋਈ 17 'ਚ ਹੀ ਸ਼ੁਰੂ ਹੋਇਆ ਜਾਂ 18 'ਚ ਹੀ ਸ਼ੁਰੂ ਹੋਇਆ ਜਾਂ 19 'ਚ 20 'ਚ ਜਦੋਂ ਆਪਾਂ ਬਹੁਤ ਫਾਈਲਾਂ ਲੱਗੀਆਂ ਇਹਦੇ 'ਚ, ਹੈ ਨਾ। ਇਹ ਹਮੇਸ਼ਾ ਤੋਂ ਹੀ ਸੀ ਉੱਥੇ। ਇਹ ਜਿਹੜਾ ਰੂਲ ਸੀ, ਰੈਗੂਲੇਸ਼ਨ ਸੀ, ਇਹ ਮੈਂ 12 'ਚ ਜਦ ਆਇਆ ਸੀ ਉਦੋਂ ਵੀ ਸੀ। ਉਦੋਂ ਵੀ ਤੁਸੀਂ ਸਪਾਊਸਲ ਓਪਨ ਵਰਕ ਪਰਮਿਟ ਲਾ ਸਕਦੇ ਸੀ। ਬਟ ਇਹਦਾ ਅਬਿਊਜ਼ ਜਿਹਨੂੰ ਕਹਿੰਦੇ ਆਪਾਂ, ਜਿੱਥੋਂ ਫਰਾਡ ਦੀ ਗੱਲ ਸ਼ੁਰੂ ਹੁੰਦੀ ਆ, ਹੋਣਾ ਕਦ ਸ਼ੁਰੂ ਹੋਇਆ? ਜਦ ਮਤਲਬ ਕੁਛ ਕਹਿ ਲਓ ਵੀ ਏਜੰਟਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਕਿਉਂ ਨਾ ਆਪਾਂ ਇਸ ਚੀਜ਼ ਨੂੰ ਪ੍ਰਚਾਰੀਏ। ਇਹ ਤਾਂ ਤਰੀਕਾ ਹੀ ਬਹੁਤ ਵਧੀਆ ਵੀ ਜਿਹੜਾ ਬੰਦਾ ਉਹਦੇ ਕੋਲੇ ਕੋਈ ਆਈਲਟਸ ਵੀ ਹੈ ਨਹੀਂ, ਉਹਦੇ ਕੋਲ ਸਕਿੱਲ ਵੀ ਉਸ ਲੈਵਲ ਦਾ ਹੈ ਨਹੀਂ, ਵੀ ਉਹਨੇ ਜੇ ਜਾਣਾ ਤਾਂ ਤੁਹਾਡੀ ਵਾਈਫ ਜਾ ਰਹੀ ਹੈ ਜੀ, ਤੁਹਾਡੇ ਨਾਲ ਅਸੀਂ ਤੁਹਾਨੂੰ ਭੇਜ ਦਿੰਦੇ ਹਾਂ। ਤੇ ਇਹ ਪਹਿਲਾਂ ਥੋੜਾ ਜਿਹਾ ਆਸਟ੍ਰੇਲੀਆ ਪਹਿਲਾਂ ਸ਼ੁਰੂ ਹੋ ਗਿਆ ਸੀ, ਫਿਰ ਜਦ ਕੈਨੇਡਾ ਹੋਣਾ ਸ਼ੁਰੂ ਹੋਇਆ ਪਹਿਲਾਂ ਬਹੁਤ ਵਧੀਆ ਚੱਲਿਆ ਕਿਉਂਕਿ ਕੈਨੇਡਾ ਬਹੁਤ ਲੀਨੀਅੰਟ ਸੀ, ਰੈਗੂਲੇਸ਼ਨ ਤਾਂ ਉੱਥੇ ਹੈਗੀ ਹੋਈ ਸੀ ਤੇ ਉਸ ਟਾਈਮ ਤੱਕ ਪਲੈਨਿੰਗ ਵੀ ਨਹੀਂ ਸੀ ਹੈਗੀ ਵੀ, ਕਿਉਂਕਿ ਉਦੋਂ ਜਦੋਂ ਨਵਾਂ ਸ਼ੁਰੂ ਹੋਇਆ ਤਾਂ ਆਲਰੇਡੀ ਜਿਹੜੇ ਮੈਰਿਡ ਸੀ ਉਹ ਜਦੋਂ ਏਜੰਟਾਂ ਕੋਲ ਆਏ ਤਾਂ ਉਹਨਾਂ ਨੂੰ ਉਹ ਚੀਜ਼ ਪ੍ਰਚਾਰੀ, ਉਹ ਵੀਜ਼ਾ ਲੈ ਕੇ ਆ ਗਏ। ਫਿਰ ਇਹ ਐਕਚੁਅਲੀ ਜਿੱਥੋਂ ਪ੍ਰੋਬਲਮ ਸ਼ੁਰੂ ਹੁੰਦੀ ਆ, ਜਦ ਇਹ ਸਾਰਾ ਸਿਸਟਮ ਇਨਵਰਸ ਹੋ ਗਿਆ। ਮਤਲਬ ਹੋਣਾ ਤਾਂ ਇਹ ਚਾਹੀਦਾ ਸੀ, ਤੁਸੀਂ ਮੈਰਿਡ ਹੋ, ਤੁਸੀਂ ਕਿਹਾ ਜੀ ਅਸੀਂ ਕੈਨੇਡਾ ਪੜ੍ਹਨ ਜਾਣਾ, ਨਾਲ ਸਪਾਊਸ ਆ, ਉਹਨੂੰ ਵੀਜ਼ਾ ਲਵਾਉਣਾ, ਦੋਵਾਂ ਨੇ ਚੱਲ ਜਾਣਾ। ਬਟ ਹੁਣ ਕੀ ਲੱਗ ਗਿਆ? ਹੁਣ ਇਹ ਲੱਗ ਗਿਆ ਕਿ ਕੈਨੇਡਾ ਜਾਣਾ, ਸਪਾਊਸ ਨੂੰ ਲੈ ਕੇ ਜਾਣਾ, ਕੁੜੀ ਐਸੀ ਲੱਭੋ ਜਾਂ ਮੁੰਡਾ ਐਸਾ ਲੱਭੋ ਜਿਹੜਾ ਲੈ ਕੇ ਜਾਵੇ। ਉਹ ਫਿਰ ਜਦ ਪੁੱਠੇ ਪਾਸਿਓਂ ਇਹ ਚੀਜ਼ ਚੱਲਣੀ ਸ਼ੁਰੂ ਹੋਈ, ਉਦੋਂ ਇਸ ਸਿਸਟਮ ਦਾ ਅਬਿਊਜ਼ ਹੋਣਾ ਸ਼ੁਰੂ ਹੋਇਆ ਇਸ ਤਰੀਕੇ ਕਿ ਜਿਹੜੇ ਮੈਰਿਜ ਨੇ ਉਹ ਇਹ ਨਾ ਹੋ ਕੇ ਕਿ ਉਹ ਰਿਸ਼ਤਿਆਂ ਦੇ ਆਧਾਰਿਤ ਹੋਣ, ਉਹ ਕੈਨੇਡਾ ਦੇ ਤੇ ਆਧਾਰਿਤ ਹੋਣ ਲੱਗ ਗਏ। ਸੋ ਬੇਸਿਕਲੀ ਜਦ ਆਪਾਂ ਫਰਾਡ ਦੀ ਗੱਲ ਕਰਦੇ ਹਾਂ ਵੀ ਉਹਨੂੰ ਆਪਾਂ ਚਾਹੇ ਮੰਨੀਏ ਭਾਵੇਂ ਨਾ, ਵੀ ਕੈਨੇਡੀਅਨ ਲਾਅ ਦੇ ਹਿਸਾਬ ਨਾਲ, IRPA ਦੀ ਡੈਫੀਨੇਸ਼ਨ ਦੇ ਹਿਸਾਬ ਨਾਲ ਤਾਂ ਮੈਰਿਜ ਨੂੰ ਇਹਨੂੰ ਇਹ 2 prong ਟੈਸਟ ਕਹਿੰਦੇ ਆ, ਵੀ 2 ਨਕਾਤੀ ਜਿਹਨੂੰ ਕਹਿੰਦੇ ਵੀ ਇੱਕ ਟੈਸਟ ਆ ਇਹਨਾਂ ਦਾ। ਉਹਦੇ 'ਚ 2 ਹੀ ਨੁਕਤੇ ਨੇ। ਪਹਿਲੀ ਚੀਜ਼ ਆ ਵੀ ਤੁਹਾਡੀ ਮੈਰਿਜ ਆ ਜਿਹੜੀ ਜੈਨੂਅਨ ਹੋਣੀ ਚਾਹੀਦੀ ਆ, ਚਲੋ ਉਹ ਸਾਬਤ ਹੋ ਗਈ ਜੈਨੂਅਨ ਆ। ਬਟ ਦੂਜਾ ਨੁਕਤਾ ਉਹਦਾ ਬਹੁਤ ਇੰਟਰਸਟਿੰਗ ਆ। ਉਹ ਕਹਿੰਦਾ ਵੀ ਈਵਨ ਇਫ ਯੂਰ ਮੈਰਿਜ ਇਜ਼ ਜੈਨੂਅਨ, if you have got into the marriage for the purpose of acquiring any status in Canada, either temporary or permanent, ਤਾਂ ਉਹ ਜਿਹੜੀ ਮੈਰਿਜ ਆਫ ਕਨਵੀਨੀਅੰਸ ਆ ਉਹਨੂੰ ਇਹ ਬੈਡ ਫੇਥ ਮੈਰਿਜ, ਜਿਹਨੂੰ ਸ਼ੁਰੂ ਹੀ ਇੱਥੋਂ ਕਰਦੇ ਆ ਕਿ ਇਹ ਜੀ ਗਲਤ ਨੀਤ ਨਾਲ ਕੀਤਾ ਗਿਆ ਵਿਆਹ ਹੈ। ਸੋ ਜੇ ਤੁਸੀਂ
ਵਿਆਹ ਉਹ ਤੋਂ ਸ਼ੁਰੂ ਕਰ ਦਿਓ। ਪੁਆਇੰਟ ਇਹ ਆ ਵੀ ਹਾਂ ਇਹ ਕੈਨੇਡਾ ਇਹਨਾਂ ਨੇ ਜਾਣਾ ਤਾਂ ਇਹਨਾਂ ਦਾ ਵਿਆਹ ਕਰ ਦਿਓ, ਤਾਂ ਉਹ ਕੈਨੇਡੀਅਨ ਕਾਨੂੰਨ ਦੇ ਹਿਸਾਬ ਨਾਲ ਤਾਂ ਪਹਿਲਾਂ ਹੀ ਇੱਕ ਤਰ੍ਹਾਂ ਫਰਾਡ ਹੋ ਗਿਆ, ਉੱਥੇ ਹੀ ਹੋ ਗਿਆ। ਉਹ ਭਾਵੇਂ ਤੁਸੀਂ ਉਹਨੂੰ ਮੰਨੋ ਨਾ ਮੰਨੋ, ਵੀਜ਼ਾ ਆਇਆ ਨਹੀਂ ਆਇਆ ਉਹ ਅੱਡ ਗੱਲਾਂ ਨੇ, ਬਟ ਕਾਨੂੰਨ ਦੇ ਹਿਸਾਬ ਨਾਲ ਇੱਕ ਤਰ੍ਹਾਂ ਉਹ ਫਰਾਡ ਹੋ ਗਿਆ, ਉਸੇ ਲੈਵਲ ਤੇ ਹੋ ਗਿਆ। ਸੋ ਬੇਸਿਕਲੀ ਜਦ ਉਹ ਇੰਨੀ ਅਮਾਊਂਟ ਦੇ ਵਿੱਚ ਫਾਈਲਾਂ ਜਾਣ ਲੱਗੀਆਂ ਤਾਂ ਉਹਨਾਂ ਨੇ ਇਹ 2 ਪ੍ਰੋਂਗ ਟੈਸਟ ਨੂੰ ਹੋਰ ਸਖਤ ਕਰਤਾ। ਮੈਨੂੰ ਯਾਦ ਆ, ਮੈਂ ਇੱਕ ਫੇਸਬੁੱਕ ਤੇ ਵੀਡੀਓ ਪਾਈ ਸੀ ਬਣਾ ਕੇ, ਐਵੇਂ ਮਤਲਬ ਫੋਨ ਫੜ ਕੇ 2017 ਦੇ ਕਰੀਬ, ਅੱਛਾ ਜੀ। 17 ਜਾਂ 18 ਹੋਊਗਾ, ਮਤਲਬ ਮੈਨੂੰ ਐਗਜ਼ੈਕਟਲੀ ਯਾਦ ਨਹੀਂ। ਉਹਦੇ 'ਚ ਮੈਂ ਕਿਹਾ ਸੀ ਵੀ ਸੁਧਰ ਜੋ, ਇਹ ਜਿਹੜੇ ਰੂਲ ਨੇ ਇਹ ਉਸ ਲੈਵਲ ਤੇ ਕਰਨ ਜਾ ਰਹੇ ਆ ਜਿੱਥੇ ਸਪਾਊਜ਼ਲ ਓਪਨ ਵਰਕ ਪਰਮਿਟ ਇੱਕ ਸਪਾਊਜ਼ਲ ਸਪਾਂਸਰਸ਼ਿਪ ਵਾਂਗੂ ਉਹਦੀ ਐਨਾਲਿਸਿਸ ਹੋਇਆ ਕਰੂਗਾ। ਤੇ ਮੁੜ ਕੇ ਫਿਰ ਇਹਨਾਂ ਨੇ ਕਰਤਾ, ਤੇ ਉੱਥੋਂ ਹੀ ਆਪਣੀ ਰਿਫਿਊਜ਼ਲ ਰੇਟ ਵਧੀਆ ਹੋਣੀ। ਜਿਹੜੇ ਆਪਣੇ ਖਾਸ ਅੰਕੜੇ ਆਏ ਆ ਪਿਛਲੇ ਸਾਲ ਜੂਨ ਤੱਕ ਦੇ ਆਪਣੇ ਕੋਲ ਅੰਕੜੇ ਹੈਗੇ ਆ, ਉਹ ਕਹਿੰਦੇ ਆ ਜੀ 62% ਰਿਜੈਕਸ਼ਨ ਹੈ ਇੰਡੀਆ ਦੀਆਂ ਫਾਈਲਾਂ ਦੀ SOWP ਤੇ। ਸੋ ਜਿਹੜੀ 62% ਹੈ ਉਹਦੇ ਚੋਂ ਵੀ ਮੈਂ ਇਹ ਕਹਿਣਾ ਵੀ ਜੇ ਆਪਾਂ ਇਕੱਲੇ ਪੰਜਾਬ ਦਾ ਅੰਕੜਾ ਕੱਢੀਏ, ਆਪਣੀ ਰਿਜੈਕਸ਼ਨ ਮੋਰ ਦੈਨ 75 ਹੈ। 62 ਵੀ ਉਹ ਇਸ ਕਰਕੇ ਥੱਲੇ ਆ ਗਈ ਕਿਉਂਕਿ ਸਾਊਥ ਦੇ ਅੰਕੜੇ ਵਧੀਆ ਨੇ। ਸੋ ਫਰਾਡ ਇਹ ਸਾਰਾ ਜੀ ਉੱਥੋਂ ਮਤਲਬ ਗੱਲ ਸ਼ੁਰੂ ਹੋਈ ਤੇ ਹੁਣ ਜਿੱਥੇ ਪਹੁੰਚ ਗਈ ਆਪਾਂ ਨੂੰ ਪਤਾ ਹੀ ਆ। ਸੋ ਬੇਸਿਕਲੀ ਕੀ ਆ ਜੀ, ਦੇਖੋ ਜਦ ਬੈਡ ਫੇਥ ਇੱਕ ਕੈਨੇਡਾ ਵਾਲਾ ਫੈਕਟਰ ਆ ਗਿਆ ਉਹਦੇ 'ਚ, ਫਿਰ ਉਹਦੇ 'ਚ ਕਈ ਵਾਰੀ ਮੈਨੂੰ ਇਹ ਲੱਗਦਾ ਵੀ ਕੁੜੀਆਂ ਨੂੰ ਵੀ ਲੱਗਣ ਲੱਗ ਜਾਂਦਾ ਵੀ ਸ਼ਾਇਦ ਕਿਤੇ ਇਹ ਵਿਆਹ ਮੇਰੇ ਨਾਲ ਕੈਨੇਡਾ ਕਰਕੇ ਹੀ ਕਰਾਇਆ ਹੋਵੇ, ਮੇਰੇ ਨਾਲ ਪਿਆਰ ਤਾਂ ਹੈ ਨਹੀਂ। ਉਹ ਫਿਰ ਜਦੋਂ ਵਿੱਚ ਸੈਪਰੇਸ਼ਨ ਪੈ ਜਾਂਦੀ ਆ, ਬੰਦਾ ਦੂਰ ਰਹਿੰਦਾ, ਫਿਰ ਲੜਾਈ ਝਗੜੇ ਵੀ ਵੱਧਦੇ ਆ। ਤੇ ਉਹਦੇ 'ਚ ਹੁਣ ਦੋਸ਼ ਕਿਹਨੂੰ ਦਈਏ ਵੀ ਇਹ ਤਾਂ ਬਹੁਤ ਕਹਿ ਲਓ ਵੀ ਨੈਤਿਕ ਜੀ ਪ੍ਰੋਬਲਮ ਆ ਵੀ ਉਹਨਾਂ ਨੇ ਵੀ ਆਪਦਾ ਫਾਇਦਾ ਦੇਖਿਆ, ਇਹਨਾਂ ਨੇ ਵੀ ਆਪਦਾ ਫਾਇਦਾ ਦੇਖਿਆ। ਸੋ ਇੱਕ ਜਣੇ ਨੂੰ ਕਿਸੇ ਪਾਸੇ ਨੂੰ ਦੋਸ਼ ਦੇਣ ਜੋਗੇ ਆਪਾਂ ਰਹਿੰਦੇ ਨਹੀਂ। ਵੈਸੇ ਦੋਸ਼ ਮਤਲਬ ਹਰ ਬੰਦੇ ਦੀਆਂ ਸਰਕਮਸਟੈਂਸਸ ਹੁੰਦੇ ਨੇ ਵੀ ਹਰ ਬੰਦੇ ਦਾ ਅੱਡਾ ਹੁੰਦਾ। ਆਪਾਂ ਕਿਸੇ ਇੱਕ ਧਿਰ ਨੂੰ ਓਵਰਆਲ ਜਰਨਲਾਈਜ਼ ਨਹੀਂ ਕਰ ਸਕਦੇ ਵੀ ਆਹ ਮਾੜੇ ਆ ਜਾਂ ਉਹ ਮਾੜੇ ਆ ਬੇਸਿਕਲੀ। ਸੋ ਕਿਤੇ ਨਾ ਕਿਤੇ ਉਹ ਪੰਜਾਬੀ ਦੀ ਕਹਾਵਤ ਆ ਵੀ ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਆ। ਸੋ ਕਿਤੇ ਉਹ ਮਾੜੇ ਕਿਤੇ ਉਹ ਮਾੜੇ ਤੇ ਗਿੱਧਾ ਪੈ ਰਿਹਾ। ਸੋ ਇਹ ਗਿੱਧੇ ਦੇ ਵਿੱਚ ਜਾਣੀ ਕਿ ਪੀਸੇ ਜਾਂ ਨੱਚਣ ਵਾਲੇ ਤਾਂ ਕੋਈ ਹੋਰ ਆ, ਠੀਕ ਹੈ, ਪਰ ਉਹਦੇ ਵਿੱਚ ਜੈਨੂਅਨ ਕਪਲ ਆ ਜਿਹੜੇ ਉਹ ਉਹਦਾ ਸ਼ਿਕਾਰ ਬਹੁਤ ਜ਼ਿਆਦਾ ਹੋਏ ਆ। ਸੋ ਇਹ ਚੀਜ਼ ਬਾਈ ਜੀ ਦੇਖਣ ਨੂੰ ਮਿਲੀ ਆ। ਹੁਣ ਬਾਈ ਜੀ ਆਪਾਂ ਮੁੱਦੇ ਤੇ ਆਉਣੇ ਆ ਕਿ ਕਿੱਦਾਂ ਸਪਾਊਸ ਵਾਲਾ, ਠੀਕ ਹੈ, ਆਪਦੇ ਸਟੂਡੈਂਟ ਵੀਜ਼ਾ ਦੇ ਨਾਲ ਇਕੱਠੇ ਦੋਨੇ ਕੈਨੇਡਾ ਆ ਸਕਦੇ ਆ। ਨੀਂਹ ਪੱਥਰ ਕਿੱਥੋਂ ਰੱਖਿਆ ਜਾਵੇ, ਕਿਹੜੀਆਂ ਜਾਣੀ ਕਿ ਇਹੋ ਜਿਹੀਆਂ ਗੱਲਾਂ ਨੇ ਬਾਈ ਜੀ, ਉਹਨਾਂ ਦੇ ਬਾਰੇ ਵਾਰੀ ਸਿਰ ਜਾਣੀ ਕਿ ਚਾਨਣਾ ਪਾ ਦਿਓ। ਜਿਹੜੇ ਭਰਾ ਇਕੱਠੇ ਆਪਦਾ ਸਪਾਊਸ ਓਪਨ ਵਰਕ ਪਰਮਿਟ ਕੈਨੇਡਾ ਦਾ ਅਪਲਾਈ ਕਰਨਾ ਚਾਹੁੰਦੇ ਸਟੂਡੈਂਟ ਵੀਜ਼ਾ ਦੇ ਨਾਲ, ਉਹ ਕਿੱਦਾਂ ਅਪਲਾਈ ਕਰ ਸਕਦੇ ਆ, ਕਿਉਂਕਿ ਬਹੁਤ ਜ਼ਿਆਦਾ ਘੱਟ ਇਨਫੋਰਮੇਸ਼ਨ ਅਵੇਲੇਬਲ ਆ ਇਸ ਚੀਜ਼ ਦੇ ਉੱਤੇ, ਤੇ ਜਿਹੜੇ ਵੀ ਲੋਕ ਪਾਉਂਦੇ ਆ ਉਹ ਅਨਆਥੋਰਾਈਜ਼ ਹੈਗੇ ਆ। ਸੋ ਉਹਨਾਂ ਵੱਲੋਂ ਮਿਸਯੂਜ਼ ਕੀਤਾ ਜਾਂਦਾ ਸਿਸਟਮ ਦਾ। ਸੋ ਆਪਾਂ ਇਹਦੇ ਉੱਤੇ ਬਰੀਫਲੀ ਚਾਨਣਾ ਪਾ ਦਈਏ। ਸੋ ਸਿਮਰ, ਜਿੱਥੋਂ ਤੱਕ ਗੱਲ ਆ ਵੀ ਜੇ ਆਪਾਂ ਦੁਬਾਰੇ ਫੇਰ ਆਪਾਂ ਗੱਲ ਕਰੀਏ ਵੀ ਰੈਗੂਲੇਸ਼ਨ ਦੀ, ਤਾਂ ਰੈਗੂਲੇਸ਼ਨ 'ਚ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਜਿਹੜਾ ਸਪਾਊਜ਼ਲ ਓਪਨ ਵਰਕ ਪਰਮਿਟ ਆ ਉਹ ਸਟੂਡੈਂਟ ਦੇ ਮਹੀਨੇ ਆਉਣ ਤੋਂ ਬਾਅਦ ਮਿਲੂਗਾ, 2 ਮਹੀਨਿਆਂ ਤੋਂ ਬਾਅਦ ਮਿਲੂਗਾ, 3 ਤੋਂ ਬਾਅਦ ਮਿਲੂਗਾ ਜਾਂ 6 ਤੋਂ ਮਿਲੂਗਾ। ਰੈਗੂਲੇਸ਼ਨ ਸਿਰਫ ਕਹਿੰਦੀ ਹੈ ਵੀ ਜਿਹੜਾ ਵੀ ਇੱਥੇ ਕੋਈ ਬੋਨਾਫਾਈਡ ਸਟੂਡੈਂਟ ਹੈਗਾ DLI 'ਚ ਪੜ੍ਹ ਰਿਹਾ, ਉਹਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਸਕਦਾ। ਠੀਕ ਹੈ। ਤੇ ਜਦ ਆਪਾਂ ਫਿਰ ਉਸ ਲੈਵਲ ਤੇ ਜਾਂਦੇ ਹਾਂ ਤਾਂ ਰੈਗੂਲੇਸ਼ਨ ਤਾਂ ਇਹ ਡਿਫਾਈਨ ਹੀ ਨਹੀਂ ਕਰਦੀ ਵੀ ਅਸੀਂ ਬਾਅਦ ਦੇ ਵਿੱਚ ਹੀ ਵਰਕ ਪਰਮਿਟ ਦੇਣਾ। ਜਦ ਬੰਦੇ ਨੇ ਫੀਸ ਭਰਤੀ, ਉਹ ਬੋਨਾਫਾਈਡ ਸਟੂਡੈਂਟ ਬਣ ਗਿਆ, ਭਾਵੇਂ ਉਹ ਇੰਡੀਆ ਹੀ ਬੈਠਾ, ਭਾਵੇਂ ਅਜੇ ਉਹਨੇ ਜਹਾਜ਼ ਦੀ ਟਿਕਟ ਲੈਣੀ ਆ, ਭਾਵੇਂ ਉਹਨੇ ਅਜੇ ਵੀਜ਼ਾ ਲਵਾਉਣਾ, ਬਟ ਉਹ ਇੱਕ ਤਰ੍ਹਾਂ ਸਟੂਡੈਂਟ ਕਾਲਜ ਦਾ ਬਣ ਗਿਆ। DLI ਨੇ ਉਹਨੂੰ ਕਹਿਤਾ ਤੂੰ ਅੱਜ ਤੋਂ ਸਾਡਾ ਸਟੂਡੈਂਟ ਆ। ਬਾਈ ਜੀ ਇੱਥੇ ਮੈਂ ਰੋਕਣਾ ਚਾਹੂੰਗਾ ਕਿ ਇਹਦੀ ਪਹਿਲੀ ਸ਼ਰਤ ਫੋਲੋ ਕਰਨੀ ਆ ਕਿ ਜਦੋਂ ਸਟੂਡੈਂਟ ਨੇ ਕਾਲਜ ਨੂੰ ਫੀਸ ਪੇ ਕਰਤੀ, ਰਾਈਟ ਜੀ, DLI ਕਾਲਜ ਨੂੰ, ਠੀਕ ਹੈ, ਸਾਰਾ ਕੁਝ ਕਰਤਾ, ਠੀਕ ਹੈ, ਉਸ ਟਾਈਮ ਉਹ ਬੋਨਾਫਾਈਡ ਇੱਕ ਜਿਹੜਾ ਸਟੂਡੈਂਟ ਹੋ ਗਿਆ, ਠੀਕ ਹੈ। ਹਜੇ ਉਹਨੇ ਸਟੂਡੈਂਟ ਵੀਜ਼ਾ ਆਪਦਾ ਫਾਈਲ ਕਰਨਾ ਜੀ। ਬਿਲਕੁਲ, ਪਹਿਲੀ ਸ਼ਰਤ ਇਹ ਹੋਗੀ ਵੀ ਫੀਸਾਂ ਭਰਤੀਆਂ, ਸਾਰਾ ਕੁਝ ਕਰਤਾ। ਹਾਂਜੀ, ਅੱਗੇ ਦੱਸੋ। ਕਿਉਂਕਿ ਦੇਖੋ ਕਾਲਜ ਵੱਲੋਂ ਤੁਹਾਨੂੰ ਸਾਰੀ ਅਥਾਰਟੀ ਮਿਲ ਗਈ, ਤੁਹਾਡਾ ਕਾਲਜ ਤੇ ਸਟੂਡੈਂਟ ਅਕਾਊਂਟ ਬਣ ਗਿਆ, ਤੁਹਾਡੀ ਉਹਨਾਂ ਨੇ ਸਾਰੀ ਫੀਸ ਦਾ ਹਿਸਾਬ ਕਿਤਾਬ ਦੇਤਾ, ਤੁਹਾਨੂੰ ਉਹਨਾਂ ਨੇ ਕਰਿਕੂਲਮ ਦੇਤਾ, ਉਹਨਾਂ ਨੇ ਕਿਹਾ ਤੂੰ ਸਾਡਾ ਸਟੂਡੈਂਟ ਆ। ਉਹਦੇ 'ਚ ਵੀਜ਼ਾ ਇੱਕ ਕਾਲਜ ਦੀ ਕੰਡੀਸ਼ਨ ਹੈ ਕਿ ਜੇ ਤੈਨੂੰ ਵੀਜ਼ਾ ਮਿਲੂਗਾ ਤਾਂ ਤੂੰ ਪੜ੍ਹ ਸਕਦਾ, ਪਰ ਉਹ ਸਿਰਫ ਇੱਕ ਉਸ ਟਾਈਮ ਤੇ ਕਾਲਜ ਦੀ ਕੰਡੀਸ਼ਨ ਹੈ, ਉਹ ਸਟੂਡੈਂਟ ਹੋਣ ਦੀ ਤੁਹਾਡੀ ਕੰਡੀਸ਼ਨ ਨਹੀਂ ਹੈਗੀ। ਹਾਂ, ਜੇ ਵੀਜ਼ਾ ਮਤਲਬ ਸਟੂਡੈਂਟ ਤੇ ਹੀ ਰਿਜੈਕਟ ਹੁੰਦਾ, ਓਬਵੀਅਸਲੀ ਉਹ ਤਾਂ ਫਿਰ
ਸਾਰਾ ਸਿਸਟਮ ਹੀ ਆਪਣਾ ਉੱਥੇ ਖੜ ਗਿਆ, ਰੁਕ ਗਿਆ, ਹਨਾ। ਬਟ ਵੀਜ਼ਾ ਉਹਦੇ ਚ ਮਤਲਬ ਆਪਾਂ ਉਹ ਤੋਂ ਪਹਿਲਾਂ ਵੀ ਮਤਲਬ ਬੋਨਾਫਾਈਡ ਸਟੂਡੈਂਟ ਹੋ ਗਏ ਤਾਂ ਤੁਸੀਂ ਉਹ ਇੱਕ ਸ਼ਰਤ ਆ ਜਿਹੜੀ ਉਹਦੀ ਪੂਰੀ ਕਰਤੀ ਕਿ ਤੁਸੀਂ ਇਸ ਟਾਈਮ ਤੋਂ ਬਾਅਦ ਦੋਵੇਂ ਇਕੱਠੇ ਵੀਜ਼ਾ ਲਾ ਸਕਦੇ ਹੋ। ਹੁਣ ਇਹਦੇ ਚ ਜਿਹੜੀਆਂ ਕੁਛ ਕੁ ਗੱਲਾਂ ਮਤਲਬ ਇੰਪੋਰਟੈਂਟ ਜਿਵੇਂ ਆਪਾਂ ਕਹੀਏ, ਹਨਾ, ਵੀ ਇੱਕ ਤਾਂ ਇਹੀ ਹੋਗੀ ਵੀ ਸਟੂਡੈਂਟ ਵਾਲੀ, ਜਿਵੇਂ ਆਪਾਂ ਕਹੀਏ ਵੀ ਉਹ ਸਟੂਡੈਂਟ DLI ਦਾ ਹੋਣਾ ਚਾਹੀਦਾ। ਦੂਜਾ ਕੀ ਆ ਕਿ ਤੁਹਾਡਾ ਜਿਹੜਾ ਜਦੋਂ ਤੁਸੀਂ ਵੀਜ਼ਾ ਲਾਉਣ ਜਾਣਾ ਹੈ ਤਾਂ ਜਿਹੜਾ ਤੁਹਾਡਾ ਰਿਲੇਸ਼ਨ ਆ ਉਹ ਤੁਹਾਡਾ ਜੈਨੂਅਨਲੀ ਸ਼ੋ ਹੋਣਾ ਚਾਹੀਦਾ। ਉਹਦੇ ਵਿੱਚ ਫਿਰ ਉਹੀ ਜਿਵੇਂ ਆਪਾਂ ਬਾਅਦ ਵਾਲੇ ਵੀਜ਼ੇ ਦੀਆਂ ਗੱਲਾਂ ਕਰਦੇ ਹਾਂ ਵੀ ਉਹਦੇ 'ਚ ਰਿਲੇਸ਼ਨਸ਼ਿਪ ਦੀਆਂ ਕੰਡੀਸ਼ਨਸ ਹੁੰਦੀਆਂ ਨੇ ਕੁਛ ਵੀ ਜਿਹੜੀਆਂ ਉਹ ਦੇਖਦੇ ਆ ਵੀ ਕਿੰਨਾ ਪੁਰਾਣਾ ਹੈ, ਕਿੰਨਾ ਮਜ਼ਬੂਤ ਹੈ, ਕਿਵੇਂ ਗੱਲ ਸ਼ੁਰੂ ਹੋਈ, ਫਾਈਨੈਂਸ਼ੀਅਲਸ ਕੀ ਉਹੀ ਜਿਹੜੀਆਂ ਬਾਅਦ ਵਾਲੀਆਂ ਕੰਡੀਸ਼ਨਸ ਨੇ ਮੇਨਲੀ ਉਹੀ ਪਹਿਲਾਂ ਕੰਡੀਸ਼ਨਸ ਕਾਈਂਡ ਆਫ ਹੁੰਦੀਆਂ ਨੇ ਸਾਰੀਆਂ, ਹਨਾ। ਹੁਣ ਬਾਈ ਜੀ ਮੈਂ ਇੱਥੇ ਇੱਕ ਰੋਕ ਦਿਆਂ ਤੁਹਾਨੂੰ, ਮੈਂ ਡਿਫਾਈਨ ਕਰ ਦਿਆਂ ਵੀ ਇਸ ਦਾ ਮਤਲਬ ਇਹ ਆ ਕਿ ਮੈਰਿਜ ਵੀ ਤੁਹਾਡੀ ਬੋਨਾਫਾਈਡ ਹੋਣੀ ਚਾਹੀਦੀ ਆ, ਰਾਈਟ? ਬਿਲਕੁਲ ਹੋਣੀ ਚਾਹੀਦੀ ਹੈ ਵੀ ਜੀ। ਉਹ ਰਿਲੇਸ਼ਨਸ਼ਿਪ ਕਿੱਦਾਂ ਬਿਲਡ ਹੋਇਆ, ਜੇ ਤੁਸੀਂ ਇਕੱਠਿਆਂ ਨੇ ਸਟੂਡੈਂਟ ਪਲੱਸ ਸਪਾਊਸ ਵੀਜ਼ਾ ਅਪਲਾਈ ਕਰਨਾ ਕੈਨੇਡਾ ਦਾ, ਤਾਂ ਜੀ ਉਹ ਤੁਹਾਡਾ ਰਿਲੇਸ਼ਨਸ਼ਿਪ ਵੀ ਕਿਤੇ ਨਾ ਕਿਤੇ ਮਾਇਨੇ ਰੱਖਦਾ ਜੇ ਤੁਸੀਂ ਇਕੱਠੇ ਅਪਲਾਈ ਕਰ ਰਹੇ ਹੋ, ਰਾਈਟ? ਜੀ। ਸੋ ਇਹਦੇ 'ਚ ਦੂਜੀ ਗੱਲ ਜਿਹੜੀ ਇੱਕ ਧਿਆਨ ਦੇਣ ਵਾਲੀ ਹੈ ਸਿਮਰ, ਉਹ ਇਹ ਹੈ ਕਿ ਮੋਸਟਲੀ ਕੀ ਹੁੰਦਾ ਕਿ ਜਦ ਸਪਾਊਸਲ ਓਪਨ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਐਪਲੀਕੈਂਟ ਜਾਂਦਾ ਤਾਂ ਉਦੋਂ ਉਹ ਮਤਲਬ ਕਹਿ ਲਓ ਵੀ ਜਿਹੜੇ ਉਹਨੇ ਫਾਈਨੈਂਸ਼ੀਅਲਸ ਦਿਖਾਉਣੇ ਆ, ਉਹਨੇ ਜੋਬ ਦਿਖਾਉਣੀ ਆ, ਉਹ ਕਈ ਵਾਰੀ ਬਹੁਤ ਲੇਟ ਚੀਜ਼ਾਂ ਉਹ ਸ਼ੁਰੂ ਕਰਦੇ ਆ। ਹੁਣ ਇਹਦੇ 'ਚ ਜੇ ਆਪਾਂ ਉਹ ਦੋਵੇਂ ਚੀਜ਼ਾਂ ਇਕੱਠੀਆਂ ਕਰਨ ਦੇ ਚਾਹਵਾਨ ਆ ਤਾਂ ਆਪਣੇ ਕੋਲੇ ਜਿਹੜੇ ਦਿਨ ਨੂੰ ਆਪਾਂ ਸਟੂਡੈਂਟ ਵੀਜ਼ਾ ਲਾਉਣਾ ਉਹ ਸਾਰੀਆਂ ਚੀਜ਼ਾਂ ਆਪਣੇ ਕੋਲੇ ਹੋਣੀਆਂ ਜ਼ਰੂਰੀ ਨੇ। ਸੋ ਇਹਦੀ ਤਿਆਰੀ ਇਹ ਲਾ ਲਓ ਵੀ ਤੁਸੀਂ ਸਾਲ 6 ਮਹੀਨੇ ਪਹਿਲਾਂ ਤੁਹਾਨੂੰ ਸ਼ੁਰੂ ਕਰਨੀ ਪਊਗੀ ਤੇ ਤਾਂ ਕਿਤੇ ਜਾ ਕੇ ਉਸ ਦਿਨ ਨੂੰ ਤੁਸੀਂ ਸਾਰੀਆਂ ਕੰਡੀਸ਼ਨਸ ਆ ਜਿਹੜੀਆਂ ਪੂਰੀਆਂ ਕਰੋਗੇ। ਸੋ ਈਵਨ ਇਹ ਆ ਵੀ ਜਿੰਨਾ ਤੁਹਾਡਾ ਪੁਰਾਣਾ ਮੈਰਿਜ ਆ ਉਹਦੇ 'ਚ ਉਹ ਵੀ ਫਾਇਦੇਮੰਦ ਆ, ਤੁਸੀਂ ਹੋਰ ਕੀ ਕੰਮਕਾਰ ਕਰਦੇ ਹੋ, ਉਹ ਸਾਰੀਆਂ ਚੀਜ਼ਾਂ ਮਤਲਬ ਆਪਾਂ ਦੇਖਣੀਆਂ। ਬਟ ਉਹ ਇਹ ਆ ਵੀ ਇਹਦੇ 'ਚ ਤਿਆਰੀ ਵਾਸਤੇ ਤੁਹਾਨੂੰ ਟਾਈਮ ਨਹੀਂ ਮਿਲਣਾ। ਸੋ ਇਹਦੀ ਜੇ ਤੁਸੀਂ ਉਹ ਕਰਨੀ ਆ ਤਾਂ ਤੁਹਾਨੂੰ ਪਹਿਲਾਂ ਕਹਿ ਲਓ ਵੀ ਭਾਵੇਂ ਕੰਸਲਟ ਕਰੋ, ਭਾਵੇਂ ਆਪਣੇ ਕੋਲੋਂ ਕਰੋ, ਵੀ ਉਹ ਤੁਹਾਨੂੰ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਵੀ ਅਸੀਂ ਕਰਨਾ ਕੀ ਆ ਜਿੱਦੇ ਸਟੂਡੈਂਟ ਵੀਜ਼ਾ ਲਾਉਣ ਜਾਣਾ। ਯਾਨੀ ਕਿ ਦੂਜੀ ਤੀਜੀ ਗੱਲ ਤੁਸੀਂ ਇਹ ਕਹਿਤੀ ਇਹਦੇ ਵਿੱਚ ਵੀ ਫੈਕਟ ਆ ਇੱਕ ਵੀ ਜਿਵੇਂ ਹੁਣ ਜਿਹੜੇ ਬੰਦੇ ਨੇ ਇਕੱਲੇ ਨੇ ਪਹਿਲਾਂ ਕੁੜੀ ਦਾ ਕਰਤਾ, ਜਿਹੜੀ ਸਟੂਡੈਂਟ ਵੀਜ਼ਾ ਅਪਲਾਈ ਕਰਤਾ, ਹੁਣ ਬਾਅਦ ਦੇ ਵਿੱਚ ਉਹਦੇ ਕੋਲ ਟਾਈਮ ਬਚ ਜਾਂਦਾ ਕਿਉਂਕਿ ਕੁੜੀ ਕੈਨੇਡਾ ਆ ਜਾਂਦੀ ਹੈ ਬਾਈ ਜੀ, ਉਹ ਫਾਈਨੈਂਸ਼ੀਅਲੀ ਆਪਦਾ ਸਟਰੋਂਗ ਹੋ ਜਾਂਦਾ, ਠੀਕ ਹੈ, ਉਹ ਸਾਰਾ ਕੁਝ ਉਹਦੇ ਕੋਲੇ ਜੌਬ ਸਟੇਬਲ ਕਰ ਲੈਂਦਾ। ਹੁਣ ਮਸਲਾ ਬਾਈ ਜੀ ਇੱਥੇ ਆਣ ਕੇ ਖੜ ਜਾਂਦਾ ਵੀ ਜਦੋਂ ਆਪਾਂ ਇਹ ਸਾਰਿਆਂ ਨੂੰ ਸਮਝਾਉਣ ਵਾਸਤੇ ਕਿ ਜਦੋਂ ਤੁਸੀਂ ਪਹਿਲਾਂ ਅਪਲਾਈ ਕਰਨਾ ਇਕੱਠਿਆਂ ਨੇ, ਘਰ ਵਾਲਾ ਤੇ ਘਰ ਵਾਲੀ ਨੇ ਅਪਲਾਈ ਕਰਨਾ, ਤੁਹਾਡੇ ਕੋਲੇ ਹੋਮ ਟਾਈਜ਼ ਗੁੱਡ ਹੋਣੀਆਂ ਚਾਹੀਦੀਆਂ, ਜੇ ਜੌਬ ਆ ਵੈਲ ਐਂਡ ਗੁੱਡ ਆ, ਫਾਈਨੈਂਸ਼ੀਅਲੀ ਤੁਸੀਂ ਸਟਰੋਂਗ ਹੋਣੇ ਚਾਹੀਦੇ ਹੋ, ਰਿਲੇਸ਼ਨਸ਼ਿਪ ਤੁਹਾਡਾ ਪੁਰਾਣਾ ਹੋਣਾ ਚਾਹੀਦਾ। ਇਹ ਬਹੁਤ ਜ਼ਿਆਦੀਆਂ ਚੀਜ਼ਾਂ ਫੈਕਟ ਕਰਦੀਆਂ ਤੇ ਇਸ ਰਿਲੇਸ਼ਨਸ਼ਿਪ ਦੀ ਨੀਂਹ ਕਿਵੇਂ ਧਰੀ ਆ ਉਹ ਉਦੋਂ ਵੀ ਜ਼ਿਆਦਾ ਮਾਇਨੇ ਰੱਖਦੀ ਆ ਇਸ ਚੀਜ਼ ਦੇ ਵਿੱਚ। ਆਈ ਥਿੰਕ ਬਾਈ ਜੀ ਬਈ ਮਾੜਾ ਜਿਹਾ ਮੈਨੂੰ ਐਕਸਪਲੇਨ ਕਰ ਦਿਓ। ਨਹੀਂ ਬਿਲਕੁਲ, ਤੁਸੀਂ ਜਿਹੜੀ ਗੱਲ ਕਹੀ ਮਤਲਬ ਬੇਸਿਕਲੀ ਇਹੀ ਇਹਦਾ ਕਹਿ ਲਓ ਵੀ ਨੀਂਹ ਪੱਥਰ ਆ ਤੇ ਇਹੀ ਚੀਜ਼ ਆ। ਮਤਲਬ ਵੀ ਮੋਟੀ ਜੀ ਗੱਲ ਇਹ ਆ ਵੀ ਜੇ ਤੁਸੀਂ ਸਪਾਊਸਲ ਓਪਨ ਵਰਕ ਪਰਮਿਟ ਵਾਸਤੇ ਅੱਜ ਤੋਂ 6 ਮਹੀਨੇ ਬਾਅਦ ਕੁਆਲੀਫਾਈ ਕਰਦੇ ਹੋ ਤੇ ਉਹੀ ਸ਼ਰਤਾਂ ਤੁਸੀਂ ਅੱਜ ਸਟੂਡੈਂਟ ਵੀਜ਼ਾ ਲਾਉਣ ਵੇਲੇ ਪੂਰੀਆਂ ਕਰਦੇ ਹੋ ਤਾਂ ਤੁਸੀਂ ਕੋਈ ਤੁਹਾਨੂੰ ਇਹੋ ਜਿਹੀ ਰੈਗੂਲੇਸ਼ਨ ਹੈ ਨਹੀਂ ਜੋ ਤੁਹਾਨੂੰ ਰੋਕੇ ਕਿ ਤੁਸੀਂ ਅੱਜ ਹੀ ਨਾਲ ਕਿਉਂ ਨਾ ਅਪਲਾਈ ਕਰੋ। ਬਸ ਸਿੱਧੀ ਜੀ ਗੱਲ ਇਹ ਆ। ਯਾਨੀ ਕਿ ਮਸਲਾ ਸਾਰਾ ਇਹ ਆ ਬਾਈ ਜੀ ਵੀ ਜੇ ਤੁਸੀਂ ਇਕੱਠੇ ਅਪਲਾਈ ਕਰਨਾ ਚਾਹੁੰਦੇ ਹੋ, 3-4 ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਇਹ ਤੁਹਾਡੇ ਕੋਲੇ ਹੈਗੀਆਂ ਤੇ ਤੁਸੀਂ ਕਿਸੇ ਵੀ RCIC ਜਿਹੜਾ ਆਥੋਰਾਈਜ਼ ਪਰਸਨ ਆ ਉਹਦੇ ਕੋਲੇ ਜਾਓ, ਠੀਕ ਹੈ, ਉਹਦੇ ਤੋਂ ਸਾਰੀਆਂ ਰੈਗੂਲੇਸ਼ਨ ਸਮਝੋ, C42 C41 ਦੇ ਬਾਰੇ ਜਾਣੋ, ਠੀਕ ਹੈ। ਬੇਸਿਕਲੀ ਜਿਹੜੀਆਂ ਇਕੱਠਿਆਂ ਦੀਆਂ ਐਪਲੀਕੇਸ਼ਨਸ ਹੁੰਦੀਆਂ ਸਟੂਡੈਂਟ ਵੀਜ਼ਾ ਦੇ ਟਾਈਮ ਉਹ C42 ਦੇ ਅੰਡਰ ਆਉਂਦੀਆਂ, ਠੀਕ ਹੈ, ਜਿਹਦੇ ਅੰਡਰ ਇਹ ਐਪਲੀਕੇਸ਼ਨ ਤੁਹਾਡੀ ਪ੍ਰੋਸੈਸ ਕੀਤੀ ਜਾਂਦੀ ਹੈ। ਕਿਤੇ ਵੀ ਇਹ ਨਹੀਂ ਲਿਖਿਆ ਕਿ ਤੁਸੀਂ ਇਕੱਠੇ ਕੈਨੇਡਾ ਦਾ ਸਟੂਡੈਂਟ ਪਲੱਸ ਸਪਾਊਸ ਵੀਜ਼ਾ ਅਪਲਾਈ ਨਹੀਂ ਕਰ ਸਕਦੇ, ਸਗੋਂ ਈਜੀ ਆ, ਚੰਗੇ ਤਰੀਕੇ ਨਾਲ ਕਰੋ। ਸਾਊਥ ਵਾਲੇ ਬਹੁਤ ਜ਼ਿਆਦਾ ਐਪਲੀਕੈਂਟ ਕਰਦੇ। ਬਾਈ ਜੀ ਮਾੜਾ ਜਿਹਾ ਇੱਕ ਚੀਜ਼ ਹੋਰ ਦੱਸ ਦਿਓ ਕਿ ਸਾਡੇ ਵਾਲਿਆਂ ਨੂੰ ਆਦਤ ਹੈ ਕਿ ਸਾਡੇ ਵਾਲਿਆਂ ਦਾ ਰਿਲੇਸ਼ਨ ਮੰਮੀ ਨੇ ਰਿਸ਼ਤਾ ਕਰਾਇਆ ਜੀ ਭੂਆ ਦੀ ਕੁੜੀ ਦਾ, ਗਾਂ ਦੀ ਗਾਂ, ਠੀਕ ਹੈ ਜੀ, ਗਾਂ ਦੀ ਗਾਂ, ਅੱਗੇ ਦੀ ਅੱਗੇ, ਠੀਕ ਹੈ। ਹੁਣ ਉਹ ਰਿਸ਼ਤੇਦਾਰੀਆਂ ਬਦਲ ਨਹੀਂ ਰਹੀਆਂ। ਸਭ ਤੋਂ ਵੱਡਾ ਮੇਨ ਪ੍ਰੋਬਲਮ ਇਹ ਹੈ ਕਿ ਬੋਨਾਫਾਈਡ ਹੀ ਜਿਹੜਾ ਰਿਲੇਸ਼ਨਸ਼ਿਪ ਹੈ ਨਾ ਉਹਦੇ ਵਿੱਚ ਕੋਈ ਨਵਾਂ ਚੀਜ਼ ਨਹੀਂ ਆ ਰਹੀ। ਹੁਣ ਵੀਜ਼ਾ ਆਫਿਸਰ ਬਾਈ ਜੀ ਆਪਾਂ ਇਹ ਮੰਨ ਲੈਨੇ ਬਹੁਤ ਸਾਰੇ GCMS ਨੋਟਸ ਤੁਸੀਂ ਮੈਨੂੰ ਭੇਜਦੇ ਹੋ, ਠੀਕ ਹੈ, ਆਪਾਂ ਇੱਕ ਦੂਜੇ ਨਾਲ ਸਾਂਝਾ ਕਰਦੇ ਹਾਂ ਇਨਫੋਰਮੇਸ਼ਨਸ, ਡੈਸਕ ਤੇ ਬਹਿ ਕੇ ਵੀ ਗੱਲਾਂ ਹੁੰਦੀਆਂ ਸਾਰੀਆਂ ਕਿ ਨਵੀਂ ਚੀਜ਼ ਨਹੀਂ ਕੋਈ ਆ ਰਹੀ। ਸੋ ਨਵੀਂ ਚੀਜ਼ ਬਾਈ ਜੀ ਆਉਣੀ ਕਿੱਥੋਂ ਆ ਫਿਰ? ਸੋ ਦੇਖੋ ਇਹਦੇ 'ਚ ਇਹ ਆ ਵੀ ਸਿਮਰ ਆਪਾਂ ਕਹਿ ਲਓ ਵੀ ਕਹਾਣੀਆਂ ਨਹੀਂ ਬਣਾਉਣੀਆਂ। ਰੌਲਾ ਇਹ ਆ
ਲੋਕ ਮਤਲਬ ਕਹਾਣੀਆਂ ਬਣਾਉਣ ਲੱਗ ਜਾਂਦੇ ਨੇ। ਆਪਾਂ ਜਿਹੜੀ ਕਹਾਣੀ ਹੈਗੀ ਆ ਉਹਨੂੰ ਐਕਸਪਲੇਨ ਕਰਨਾ ਬਸ। ਆਪਾਂ ਉਹਦੇ 'ਚ ਕੋਈ ਝੂਠ ਨਹੀਂ ਬੋਲਣਾ, ਆਪਾਂ ਕੋਈ ਕੁਛ ਨਹੀਂ ਕਹਿਣਾ। ਜਿਵੇਂ ਦੀ ਗੱਲ ਹੈਗੀ ਆ ਉਹਨੂੰ ਤੁਸੀਂ ਦੱਸਣਾ ਕਿਵੇਂ ਆ, ਉਹਨੂੰ ਤੁਸੀਂ ਜਸਟੀਫਾਈ ਕਿਵੇਂ ਕਰਨਾ, ਬਸ ਇੰਨੀ ਹੀ ਖੇਡ ਆ ਉਹਦੇ 'ਚ। ਉਹਦੇ 'ਚ ਇਹ ਨਹੀਂ ਵੀ ਹਾਂ ਵੀ ਉਹ ਆਪਾਂ ਨੂੰ ਦੱਸਣਾ ਜ਼ਰੂਰੀ ਹੋਈ ਆ ਵੀ ਹਾਂ ਆਪਾਂ ਬੱਸ 'ਚ ਮਿਲੇ ਤੇ ਫਿਰ ਉਹ ਬੱਸ 'ਚ ਅੱਖਾਂ ਲੜੀਆਂ, ਜਿਵੇਂ ਉਹ ਉਹ ਇੱਕ ਸਕ੍ਰਿਪਟ ਚੱਲਦੀ ਆ, ਹਨਾ। ਉਹ ਵੀ ਕੋਈ ਜ਼ਰੂਰੀ ਨਹੀਂ। ਅਰੇਂਜ ਮੈਰਿਜ ਇੰਡੀਆ ਦੇ ਵਿੱਚ ਅਜੇ ਵੀ 80% ਤੋਂ ਵੱਧ ਹੁੰਦੀ ਆ, ਅਰੇਂਜ ਹੋ ਸਕਦੀ ਆ, ਬਟ ਉਹਦੇ 'ਚ ਜਿਹੜੇ ਕਰੈਕਟਰ ਨੇ, ਜਿਹੜੀ ਤੁਹਾਡੀ ਟਾਈਮ ਲਾਈਨ ਆ, ਕੌਣ ਮਿਲਿਆ, ਕਿੱਥੇ ਮਿਲਿਆ, ਕਿਹਨੇ ਫੋਨ ਕੀਤਾ, ਕਿਹਨੇ ਫੋਟੋ ਭੇਜੀ, ਉਹ ਤੁਹਾਡੀਆਂ ਚੀਜ਼ਾਂ ਕਹਾਣੀ ਦੇ ਵਿੱਚ ਮਤਲਬ ਉਹ ਜਸਟੀਫਾਈ ਹੋਣ। ਉਹ ਇਹ ਨਾ ਹੋਣ ਵੀ ਤੁਹਾਨੂੰ ਤਰੀਕਾ ਹੀ ਨਹੀਂ ਮਿਲ ਰਹੀਆਂ ਤੁਹਾਡੀਆਂ, ਵੀ ਮਤਲਬ ਵੀ ਉਹ ਕਈ ਵਾਰੀ ਇਹ ਹੁੰਦਾ ਵੀ ਬਾਅਦ ਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਹਾਂ ਜੀ ਉਸ ਦਿਨ ਅਸੀਂ ਮੰਗਣੀ ਕਰ ਲਈ, ਬਟ ਉਹ ਤੋਂ ਪਹਿਲਾਂ ਅਸੀਂ ਨੇ ਜਾ ਕੇ ਮਤਲਬ ਕਿਤੇ ਅਸੀਂ ਆ ਵੀ ਉੱਥੇ ਆਹ ਫੰਕਸ਼ਨ ਸੀ, ਆਹ ਉਹ ਕੀਤਾ ਸੀ, ਵੀ ਉਹ ਚੀਜ਼ਾਂ ਜੇ ਤੁਸੀਂ ਉਹਨੂੰ ਮਤਲਬ ਇੱਕ ਟਾਈਮ ਲਾਈਨ ਤੇ ਰੱਖੋ, ਇੱਕ ਟਾਈਮ ਲਾਈਨ ਬਣਾਈ ਆ, ਤਾਂ ਉਹ ਇਹ ਆ ਵੀ ਹਾਂ ਇੱਕ ਮੇਰੇ ਵਰਗਾ ਤੀਜਾ ਬੰਦਾ ਪੜ੍ਹਦਾ ਤਾਂ ਜਸਟੀਫਾਈ ਹੁੰਦੀਆਂ ਜਾ ਰਹੀਆਂ ਵੀ ਹਾਂ ਇੱਥੇ ਆ ਕੇ ਆਹ ਹੋਇਆ, ਇੱਥੇ ਆ ਕੇ ਆਹ ਹੋਇਆ। ਅੱਛਾ, ਉਹ ਚੀਜ਼ ਜੇ ਪਹਿਲਾਂ ਐਪਲੀਕੈਂਟਸ ਨੂੰ ਕਲੀਅਰ ਹੋਊਗੀ ਤਾਂ ਉਹ ਆਪਣੇ ਕੰਸਲਟੈਂਟ ਨੂੰ ਕਲੀਅਰ ਕਰੂਗਾ, ਤਾਂ ਕੰਸਲਟੈਂਟ ਆਫਿਸਰ ਨੂੰ ਕਲੀਅਰ ਕਰੂਗਾ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੁੰਦੀ ਆ। ਬਾਈ ਜੀ ਇੱਕ ਨਾ ਕਹਿੰਦੇ ਵੀ RCIC ਮੈਂਬਰ ਹੁੰਦੇ ਆ ਜਿਹੜੇ, ਠੀਕ ਹੈ, ਉਹ ਇੱਕ ਸਬਮਿਸ਼ਨ ਲੈਟਰ ਲਿਖਦੇ ਆ ਜੀ। ਕਵਰ ਲੈਟਰ ਇੱਕ ਅਲੱਗ ਹੁੰਦਾ, ਰਿਲੇਸ਼ਨਸ਼ਿਪ ਹਿਸਟਰੀ ਇੱਕ ਅਲੱਗ ਹੁੰਦੀ ਆ। ਇੰਡੀਆ ਦੇ ਵਿੱਚ ਤਾਂ ਇਹਨੂੰ ਕਹਿੰਦੇ ਰਿਲੇਸ਼ਨਸ਼ਿਪ ਹਿਸਟਰੀ, ਮੈਰਿਜ ਹਿਸਟਰੀ। ਸੋ ਜਦੋਂ ਸਾਡੇ ਵਰਗੇ ਦਾਸ ਨੇ ਅਪਲਾਈ ਕਰਨਾ ਸੀਗਾ ਤੇ ਉਹਨਾਂ ਨੂੰ ਐਡੀ ਸਾਰੀ, ਮੇਰੇ ਕੋਲੇ ਹੁਣ ਵੀ ਚਿੱਠੀ ਪਈ ਹੋਣੀ ਆ, ਠੀਕ ਹੈ, ਤੇ ਮੈਨੂੰ ਭੇਜੀ, ਕਹਿੰਦੇ ਵੀ ਆਹ ਕਰ ਦੋ ਤੁਸੀਂ, ਐਂ ਹੀ ਲਿਖ ਕੇ ਸਾਨੂੰ ਦੇਣੀ ਆ, ਸਾਡੇ ਕੋਲੇ ਬੰਦੇ ਬੜੇ ਸਪੈਸ਼ਲਿਸਟ ਬੈਠੇ ਆ, ਉਹਨਾਂ ਨੇ ਆਪੇ, ਮੈਂ ਕਹਿੰਦਾ, ਚੱਕ ਦੇਣਾ ਕੰਮ, ਤੁਸੀਂ ਟੈਨਸ਼ਨ ਨਹੀਂ ਲੈਣੀ, ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕਦੋਂ ਤੁਹਾਡਾ ਵਿਆਹ ਹੋ ਗਿਆ, ਕਦੋਂ ਤੁਹਾਡੇ ਜਵਾਕ ਹੋ ਗਏ, ਤੇ ਕਦੋਂ ਉਹਨਾਂ ਦਾ ਵੀ ਵਿਆਹ ਹੋ ਗਿਆ, ਤੇ ਕਦੋਂ ਤੁਸੀਂ PR ਕਰਤੇ, ਤੇ ਕਦੋਂ ਤੁਸੀਂ ਸਿਟੀਜ਼ਨ ਹੋ ਗਏ। ਮੈਂ ਕਿਹਾ ਜੀ ਕਿਆ ਹੀ ਬਾਤਾਂ ਨੇ। ਸੋ ਐਕਚੁਅਲ ਦੇ ਵਿੱਚ ਨਾ ਫੈਕਟ ਬੇਸਡ ਥਿੰਗਸ ਇਹ ਹੁੰਦੀਆਂ ਜੋ ਮੈਂ ਮੰਨਦਾ ਬਾਈ ਜੀ, ਐਜ਼ ਇੱਕ RCIC ਤੁਸੀਂ ਹੈਗੇ ਹੋ, ਠੀਕ ਹੈ, ਤੁਹਾਡੇ ਤੋਂ ਮੈਂ ਸਿੱਖਦਾ, ਡੇ ਬਾਈ ਡੇ ਮੈਂ ਸਿੱਖਦਾ, ਲਰਨ ਕਰਦਾ। ਹੋਰ ਵੀ ਸੀਨੀਅਰਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਵਲੌਗਸ ਪੜ੍ਹਦੇ ਹਾਂ, ਕਿ ਇੱਕ ਚੰਗੇ ਕੰਸਲਟੈਂਟ ਦੇ ਤੌਰ ਤੇ ਤੁਸੀਂ ਕਹਿੰਦੇ ਹੁੰਦੇ ਆ ਕਿ ਆਲਵੇਜ਼ ਉਹ ਕੁੰਡੀ ਨੂੰ ਪਛਾਣੋ ਜਿਹੜੀ ਹੈਗੀ ਆ, ਨੀਂਹ ਕਿੱਥੋਂ ਧਰੀ ਗਈ ਆ। ਬਿਲਕੁਲ। ਜੇ ਤੁਸੀਂ ਇਕੱਠਿਆਂ ਅਪਲਾਈ ਕਰਨਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਰਿਲੇਸ਼ਨਸ਼ਿਪ ਕਿੰਨਾ ਪੁਰਾਣਾ, ਤੁਹਾਡੇ ਕੋਲੇ ਫੰਡ ਕਿੰਨੇ ਆ, ਠੀਕ ਹੈ, ਕਿਸ ਕਾਲਜ ਦੇ ਵਿੱਚ ਜਾ ਰਹੇ ਹੋ ਤੁਸੀਂ, ਸਾਰੀਆਂ ਚੀਜ਼ਾਂ ਇੱਕ ਹੋਣੀਆਂ ਚਾਹੀਦੀਆਂ। ਅੱਧਿਆਂ ਨੂੰ ਤਾਂ ਹਜੇ ਇਹ ਨਹੀਂ ਪਤਾ ਕਿ ਪ੍ਰਾਈਵੇਟ ਕਾਲਜ ਹੈਗੇ ਆ, ਉਹਨਾਂ ਦੇ ਵਿੱਚ ਅੱਗੇ ਜਾ ਕੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈ ਨਹੀਂਗਾ। ਐਜੂਕੇਸ਼ਨ ਮਸਟ ਆ ਬਾਈ ਜੀ। ਬਿਲਕੁਲ। ਅੱਛਾ, ਇਹਦੇ 'ਚ ਨਾ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਆ ਜਿਹੜੀ ਐਡ ਕਰਨੀ ਬਹੁਤ ਜ਼ਰੂਰੀ ਆ। ਉਹ ਇਹ ਆ ਵੀ ਅਨਫੋਰਚੂਨੇਟਲੀ ਮਤਲਬ ਆਪਾਂ 1% ਮੰਨ ਲੈਂਦੇ ਹਾਂ ਵੀ ਰੱਬ ਨਾ ਕਰੇ ਤੁਸੀਂ ਵੀਜ਼ਾ ਇਕੱਠਿਆਂ ਨੇ ਲਾਤਾ, ਬਟ ਜੇ ਸਟੂਡੈਂਟ ਦੀ ਪ੍ਰੋਫਾਈਲ ਆਪਦੇ ਆਪ ਦੇ ਵਿੱਚ ਕੁਆਲੀਫਾਈ ਕਰਦੀ ਆ ਤਾਂ ਉਹਨੂੰ ਵੀਜ਼ਾ ਮਿਲ ਜੂਗਾ। ਇਹ ਨਹੀਂ ਹੁੰਦਾ ਵੀ ਸਪਾਊਜ਼ਲ ਓਪਨ ਵਰਕ ਪਰਮਿਟ ਜੇ ਉਹ ਰਿਜੈਕਟ ਕਰ ਰਹੇ ਨੇ, ਉਹ ਸਟੱਡੀ ਵਾਲੇ ਦਾ ਵੀ ਰਿਜੈਕਟ ਕਰ ਦੇਣਗੇ। ਇਹ ਦੋਵੇਂ ਚੀਜ਼ਾਂ ਬਹੁਤ ਵੱਡੀ ਗੱਲ ਕਰਤੀ ਹੈ, ਬਹੁਤ ਵੱਡੀ ਗੱਲ ਕਰਤੀ ਹੈ ਜੀ। ਚਲੋ ਸਰ, ਤੁਸੀਂ ਨਾ ਢਿੱਲੇ ਜੇ ਹੋ ਗਏ ਨਾ, ਉਹ ਮਗਰੋਂ ਜੇ ਸ਼ੋਸ਼ਾ ਜਿਹਾ ਤੁਸੀਂ ਐਂ ਜੇ ਕਰਕੇ ਟਪਾ ਦਿੰਦੇ ਹੋ ਵੀ ਵਿੱਚ ਦੀ ਲੰਘ ਗਿਆ, ਜਿਵੇਂ ਯੂਕਰੇਨ ਵਾਲੇ ਸਿੱਧੇ ਹੋਏ ਫਿਰਦੇ ਆ, ਠੀਕ ਹੈ, ਰੂਸ ਵਾਲਿਆਂ ਨੂੰ। ਉਹ ਹਿਸਾਬ ਕਿਤਾਬ ਤੁਹਾਡਾ ਵੀ, ਤੁਸੀਂ ਸੰਦ ਸਾਰੇ ਰੱਖੇ ਆਪਦੇ ਕੋਲੇ, ਬਟ ਚਲਾਉਣੇ ਤੁਸੀਂ ਉਦੋਂ ਹੀ ਆ ਜਦੋਂ ਤੁਹਾਡੇ ਤੋਂ ਕੋਈ ਗੱਲ ਪੁੱਛੀ ਜਾਂਦੀ ਹੈ। ਜੀ ਨਹੀਂ, ਬਿਲਕੁਲ। ਦੇਖੋ ਇਹ ਐਂ ਆ, ਦੇਖੋ ਜੀ, ਕਿ ਹੁਣ ਦੱਸਣ ਨੂੰ ਮੇਰੇ ਕੋਲੇ ਬਹੁਤ ਕੁਛ ਆ। ਹੁਣ ਉਹ ਤਾਂ ਵੀ ਜੇ ਦੱਸਣ ਲੱਗੀ ਆਪਾਂ, ਜੇ ਉਵੇਂ ਗੱਲਾਂ ਕਰਨ ਲੱਗੇ, ਭਾਵੇਂ ਆਪਾਂ 24 ਘੰਟਿਆਂ ਦਾ ਲਾਈਵ ਪ੍ਰੋਗਰਾਮ ਕਰ ਲਈਏ, ਉਹ ਤਾਂ ਮੁੱਕਣਾ ਤਾਂ ਹੈ ਨਹੀਂ। ਹਾਂਜੀ, ਠੀਕ ਹੈ ਜੀ। ਸੋ ਉਹ ਆ ਵੀ ਉਹ ਜਦੋਂ ਕੋਈ ਗੱਲ ਉਵੇਂ ਦੀ ਉੱਠਦੀ ਹੈ, ਦਿਮਾਗ 'ਚ ਆਉਂਦੀ ਹੈ, ਜਾਂ ਤੁਸੀਂ ਸਵਾਲ ਪੁੱਛਦੇ ਹੋ ਤਾਂ ਉਹ ਗੱਲ ਸਾਹਮਣੇ ਆ ਜਾਂਦੀ ਹੈ। ਨਹੀਂ ਉਹ ਆਪਣੇ ਕੋਲ ਤਾਂ ਆਪਾਂ ਨੂੰ ਤਾਂ ਪਤਾ ਹੀ ਆ ਵੀ ਹਾਂ, ਆਪਾਂ ਨੂੰ ਉਹ ਪਤਾ ਵੀ ਆਪਾਂ ਉਹ ਬ੍ਰਹਮਾਸਤਰ ਕਿੱਥੇ ਵਰਤਣਾ। ਹਾਂਜੀ। ਉਹ ਇਹ ਆ ਵੀ ਚਲੋ ਜਿੰਨਾ ਲੋਕਾਂ ਨੂੰ ਉਹ ਚੀਜ਼ ਦੀ ਨੌਲੇਜ ਹੋਊਗੀ ਉਨਾ ਫਾਇਦਾ ਹੀ ਆ। ਕੋਈ ਗਰੀਬ ਬਚ ਜਾਊਗਾ ਕਿਸੇ ਕੋਲੇ ਉਹ ਕਰਨੋਂ, ਜਾ ਕੇ ਲੁੱਟਣ ਨਾਲੋਂ। ਤਾਂ ਉਹ ਆਪਾਂ ਤਾਂ ਇੰਨਾ ਹੀ ਆਪਣਾ ਮਕਸਦ ਆ ਇੱਥੇ ਬਹਿ ਕੇ ਇਹ ਗੱਲਾਂ ਕਰਨ ਦਾ। ਬਾਈ ਜੀ, ਮੈਂ ਸਬਮਿਸ਼ਨ ਲੈਟਰ ਦੀ ਗੱਲ ਹੋਰ ਪਾਸੇ ਲੈ ਗਿਆ, ਕਿਤੇ ਉਹ ਤੁਸੀਂ ਆਪਦਾ ਸ਼ਸਤਰ ਚਲਾਉਂਦੇ ਰਹਿ ਗਏ, ਠੀਕ ਹੈ। ਹੁਣ ਜਾਣੀ ਕਿ ਮਸਲਾ ਇਹ ਬਣ ਜਾਣਾ ਕਿ ਸਬਮਿਸ਼ਨ ਲੈਟਰ ਕੀ ਹੁੰਦਾ, ਉਹ ਕਿਵੇਂ ਵੀਜ਼ਾ ਆਫਿਸਰ ਨੂੰ ਮਜਬੂਰ ਕਰ ਸਕਦਾ ਕਿ ਇਸ ਪ੍ਰੋਫਾਈਲ ਤੇ ਕੰਸੀਡਰ ਕੀਤਾ ਜਾਵੇ। ਮੈਂ ਬਹੁਤ ਸਾਰੀਆਂ ਵੀਕ ਪ੍ਰੋਫਾਈਲਾਂ ਤੇ ਵੀ ਆਪਾਂ ਗੱਲ ਕਰਦੇ ਫਿਰਦੇ ਹਾਂ, ਠੀਕ ਹੈ, ਵੀ ਸਬਮਿਸ਼ਨ ਲੈਟਰ ਕਿਤੇ ਨਾ ਕਿਤੇ ਉਹ ਇੱਕ ਹਥਿਆਰ ਹੁੰਦਾ। ਸੋ ਇੱਕ ਜਾਨ ਫੂਕੀ ਜਾਂਦੀ ਹੈ, ਤੇ ਜਿਹੜੀਆਂ GCK ਤੋਂ ਫਾਈਲਾਂ ਲੱਗਦੀਆਂ ਉਹਨਾਂ ਦੇ ਵਿੱਚ ਸਬਮਿਸ਼ਨ ਲੈਟਰ ਨਹੀਂ ਲੱਗਦਾ। ਜੀ। ਕੀ ਲੱਗਦਾ ਬਾਈ ਜੀ?
ਦੇਖੋ ਇਹਦੇ 'ਚ ਇਹ ਆ ਵੀ ਵੈਸੇ ਤਾਂ ਆਪਾਂ ਜੀਸੀਕੀ ਤੇ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਵੀ ਇੱਕ ਤਾਂ ਜਿਹੜਾ ਵੱਡਾ ਫਰਕ ਆ ਸਪੇਸ ਦਾ ਉਹ ਤਾਂ ਹੈ ਹੀ। ਮਤਲਬ ਵੀ ਉਧਰ ਜਿੰਨੀ ਤੁਹਾਨੂੰ ਸਪੇਸ ਮਿਲਣੀ ਆ ਤੁਹਾਨੂੰ ਪਤਾ ਹੀ ਆ, ਇੱਧਰ ਆਪਣੇ ਕੋਲ ਤਾਂ ਅਨਲਿਮਟਿਡ ਆ। ਹਾਂਜੀ। ਠੀਕ ਆ, ਆਪਾਂ ਉਹ ਜਿੰਨਾ ਜੋੜੀ ਜਾਵਾਂਗੇ ਓਨਾ ਆਪਾਂ ਨੂੰ ਤਾਂ ਪੁੱਛਦੇ ਆ ਵੀ ਹੋਰ ਦੱਸੋ ਕੀ ਪਾਉਣਾ, ਹੋਰ ਦੱਸੋ ਕੀ ਪਾਉਣਾ। ਮਤਲਬ ਆਪਾਂ ਤਾਂ ਭਾਵੇਂ ਤੁਸੀਂ ਸਾਨੂੰ ਸਾਰੀ ਤੁਹਾਡੀ ਐਲਬਮ ਕਹਿ ਦਿਓ, ਅਸੀਂ ਤਾਂ ਉਹ ਵੀ ਪਾ ਦਾਂਗੇ। ਹਾਂਜੀ। ਗੱਲ ਉਹ ਹੋਰ ਆ ਵੀ ਉਹਨਾਂ ਨੇ ਦੇਖਣੀ ਨਹੀਂ ਹੁੰਦੀ ਐਡੀ ਵੱਡੀ, ਬਟ ਇਹ ਆ ਵੀ ਆਪਣੇ ਕੋਲ ਅਨਲਿਮਟਿਡ ਆ। ਸੋ ਉਹ ਤਾਂ ਵੱਡਾ ਫਰਕ ਜੀਸੀਕੀ ਦਾ ਤੇ ਏਪੀਆਰ ਦਾ ਹੈਗਾ ਹੀ ਆ ਤੇ ਸਦਾ ਰਹੂਗਾ। ਉਹ ਜੀਸੀਕੀ ਉਸ ਤਰੀਕੇ ਕੰਮ ਕਰ ਨਹੀਂ ਸਕਦੀ। ਅੱਛਾ, ਰਹੀ ਗੱਲ ਸਬਮਿਸ਼ਨ ਲੈਟਰ ਦੀ, ਹੁਣ ਸਬਮਿਸ਼ਨ ਲੈਟਰ ਦੇਖੋ ਇਹ ਆ ਜੀ ਕਿ ਐਜ਼ ਆਰਸੀਆਈਸੀ ਮੈਂ ਸਿੱਧਾ ਸੰਬੋਧਨ ਹੁੰਨਾ ਆ, ਮਤਲਬ ਮੈਂ ਐਡਰੈਸ ਕਰਦਾ ਆ ਆਫਿਸਰ ਨੂੰ। ਮਤਲਬ ਮੈਂ ਆਫਿਸਰ ਨੂੰ ਕਿਵੇਂ ਐਡਰੈਸ ਕਰਦਾ ਆ ਵੀ ਆਫਿਸਰ ਵੀ ਮੈਂ ਇਹ ਮੇਰਾ ਕਲਾਇੰਟ ਆ, ਮੈਂ ਇਹਦਾ ਇਹ ਵਰਕ ਪਰਮਿਟ ਆ ਜਿਹੜਾ ਅਪਲਾਈ ਕਰ ਰਿਹਾ, ਮੈਂ ਕਿਹੜੀ ਰੈਗੂਲੇਸ਼ਨ ਦੇ ਅੰਡਰ ਕਰ ਰਿਹਾ, ਆਹ ਰੈਗੂਲੇਸ਼ਨ ਆ, ਆਹ IRPA ਦੀ ਸੈਕਸ਼ਨ ਆ, ਇਹ LMI ਐਗਜ਼ੈਂਪਸ਼ਨ ਕੋਡ ਹੈ, ਇਹਦੇ ਅੰਡਰ ਮੈਨੂੰ ਵੀਜ਼ਾ ਚਾਹੀਦਾ। ਮੈਨੂੰ ਵੀਜ਼ਾ ਕਿਉਂ ਚਾਹੀਦਾ? ਹੁਣ ਉਹਦੇ 'ਚ ਮੈਂ ਰੈਗੂਲੇਸ਼ਨਸ ਵੀ ਕੋਟ ਕਰਦਾ, ਲੋੜ ਪਏ ਤਾਂ ਆਪਾਂ ਕੇਸ ਲਾ ਵੀ ਕੋਟ ਕਰਦੇ ਹਾਂ। ਉਹ ਹੁਣ ਡਿਪੈਂਡ ਕਰਦਾ ਵੀ ਕਿਤੇ ਕਿਤੇ ਕੇਸ ਲਾ ਦਾ ਜਮਾਂ ਹਲਕਾ ਜਿਹਾ ਟੱਚ ਦੇਣਾ ਪੈਂਦਾ, ਕਿਤੇ ਕਿਤੇ ਕੇਸ ਲਾ ਮਤਲਬ ਹੈਵੀ ਵੀ ਕਰਨਾ ਪੈਂਦਾ, ਵੀ ਜਿੱਥੇ ਉਹ ਇੱਕ ਤਰ੍ਹਾਂ ਹੈਵੀ ਕਰਨ ਦਾ ਮਤਲਬ ਇਹੀ ਹੁੰਦਾ ਵੀ ਆਫਿਸਰ ਨੂੰ ਸਿੱਧਾ ਸਿੱਧਾ ਕਹਿ ਰਿਹਾ ਜੀ ਦੇਖੋ ਫੈਡਰਲ ਕੋਰਟ ਨੇ ਸਿਮੀਲਰ ਕੇਸ ਦੇ ਵਿੱਚ ਆਹ ਕੀਤਾ, ਇੱਥੇ ਫੈਡਰਲ ਕੋਰਟ ਨੇ ਸਿਮੀਲਰ ਸਿਚੁਏਸ਼ਨ ਦੇ ਵਿੱਚ ਆਹ ਕੀਤਾ, ਜੇ ਤਾਂ ਤੁਸੀਂ ਸਾਨੂੰ ਵੀਜ਼ਾ ਦਿੰਦੇ ਹੋ ਤਾਂ ਠੀਕ ਆ, ਨਹੀਂ ਫੈਡਰਲ ਕੋਰਟ ਸਾਨੂੰ ਵੀ ਪਤਾ ਕਿੱਥੇ ਆ। ਬਸ ਉਹਦਾ ਉਹ ਸਿੱਧਾ ਜਿਹਾ ਮਸਲਾ ਸਬਮਿਸ਼ਨ ਲੈਟਰ ਦਾ ਆਹੀ ਹੁੰਦਾ ਵੀ ਉਹਦੇ 'ਚ ਕਹਿ ਲਓ ਵੀ ਪਾਰਟ ਬੇਨਤੀ ਹੁੰਦੀ ਆ, ਪਾਰਟ ਇਹ ਹੁੰਦਾ ਵੀ ਆਈ ਐਡਵਾਈਜ਼, ਵੀ ਆਪਾਂ ਉਹਨੂੰ ਸਿੱਧਾ ਕਹਿ ਸਕਦੇ ਹਾਂ ਵੀ ਆਹ ਚੀਜ਼ ਆ ਜੀ, ਆਹ ਗੱਲ ਆ। ਤਾਂ ਮੈਨੂੰ ਲੱਗਦਾ ਰੈਗੂਲੇਸ਼ਨਾਂ ਮੈਂ ਵੀ ਪੜ੍ਹੀਆਂ ਨੇ, ਮੈਨੂੰ ਕੈਨੇਡਾ ਸਰਕਾਰ ਨੇ ਲਾਇਸੈਂਸ ਦਿੱਤਾ ਤੇ ਮੈਂ ਇੱਕ ਪ੍ਰੋਫੈਸ਼ਨਲ ਹੋਣ ਦੇ ਨਾਤੇ ਮੈਂ ਤੁਹਾਨੂੰ ਸਲਾਹ ਦੇ ਰਿਹਾ ਕਿ ਇਹ 'ਚ ਆਹ ਚੀਜ਼ ਇਸ ਤਰੀਕੇ ਹੋ ਸਕਦੀ ਹੈ। ਸੋ ਹੁਣ ਉਹ ਤੁਸੀਂ ਐਸ ਐਪਲੀਕੈਂਟ ਨਹੀਂ ਲਿਖ ਸਕਦੇ। ਐਸ ਐਪਲੀਕੈਂਟ ਤੁਸੀਂ ਬੇਨਤੀ ਕਰ ਸਕਦੇ ਹੋ ਜੀ ਆਹ ਸਾਡਾ ਸਮਾਨ ਹੈ, ਕਿਰਪਾ ਕਰਕੇ ਵੀਜ਼ਾ ਦਿੱਤਾ ਜਾਵੇ। ਤੇ ਉਹ RCIC ਜਾਂ ਲਾਇਰ ਤੋਂ ਬਿਨਾ, ਪੈਰਾਲੀਗਲ ਤੋਂ ਬਿਨਾ ਇਹ ਚੀਜ਼ ਐਡਵਾਈਜ਼ਿੰਗ ਦਾ ਆਫਿਸਰ ਕੋਈ ਹੋਰ ਕਹਿ ਵੀ ਨਹੀਂ ਸਕਦਾ। ਠੀਕ ਹੈ ਜੀ ਬਾਈ ਜੀ, ਇਹ ਤਾਂ ਤੁਸੀਂ ਹੁਣ ਧੁੰਨੀ ਵਾਲੀ ਗੱਲ ਕਰਤੀ ਹੈ ਵੀ ਸੈਂਟਰ ਪਾਰਟ ਹੋ ਗਿਆ ਇੱਕ ਫਾਈਲ ਦਾ। ਸੋ ਬਹੁਤ ਸਾਰੀਆਂ ਚੀਜ਼ਾਂ ਬਾਈ ਜੀ ਮੈਂ ਤੁਹਾਡੇ ਤੋਂ ਸਿੱਖਦਾ ਹੁੰਨਾ ਕਿ ਮੈਂ ਇਦਾਂ ਦੇ ਵੀ ਆ ਕਿ ਆਪਣੇ ਵੀ ਕੁਝ ਬਹੁਤ ਸਾਰੇ ਐਪਲੀਕੈਂਟਸ ਹੈਗੇ ਆ ਜਾਂ ਦੂਜੇ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਲਾਇਰ ਹੈਗੇ ਆ। ਸੋ ਉਹਨਾਂ ਦੇ ਮੈਂ ਚੈੱਕ ਕਰਦਾ ਹੁੰਨਾ, ਦੇਖਦਾ ਹੁੰਨਾ, ਤਾਂ ਉਹ ਜਦੋਂ ਵੀ ਕੋਈ ਡਿਸਕਸ ਕਰਦੇ ਤਾਂ ਉਹ ਕਹਿੰਦੇ ਵੀ ਇਹ ਕੇਸ ਲਾਅ ਦੇ ਨਾਲ ਸਾਡੇ ਕਲਾਇੰਟ ਦਾ ਵੀਜ਼ਾ ਆ ਗਿਆ। ਸੋ ਜੀ ਬਹੁਤ ਵੱਡੀ ਗੱਲ ਆ, ਸਬਮਿਸ਼ਨ ਲੈਟਰ ਦੇ ਨਾਲ ਵੀਜ਼ਾ ਆ ਗਿਆ। ਸੋ ਉਹਨਾਂ ਦੀ ਇੱਕ ਜਾਨ ਆ, ਜਿਵੇਂ ਤੁਹਾਡੀ ਇਹ ਬ੍ਰਹਮਅਸਤਰ ਆ ਵੀ ਤੁਸੀਂ ਉਹ ਤਿਆਰ ਕਰਨਾ, ਉਹਦੇ ਤੇ ਘੰਟੇ ਸਪੈਂਡ ਕਰਨੇ ਆ। ਸੋ ਇਹ ਸਾਰੀਆਂ ਚੀਜ਼ਾਂ ਨੇ ਜੋ ਕਿ ਇੱਕ RCIC ਜਾਂ ਇਮੀਗ੍ਰੇਸ਼ਨ ਲਾਇਰ ਹੀ ਕਰ ਸਕਦਾ। ਸੋ ਇਸੇ ਕਰਕੇ ਮੈਂ ਕਹਿੰਦਾ ਹੁੰਦਾ ਕਿ ਜੇ ਤੁਸੀਂ ਪਹਿਲਾਂ ਇਕੱਠੇ ਅਪਲਾਈ ਕਰਨਾ, ਸੋ ਈਜ਼ੀ ਆ, ਈਜ਼ੀ ਕੋਈ ਇਹਦੇ ਵਿੱਚ ਹੈ ਹੀ ਨਹੀਂ ਹੈ ਵੀ ਉਹਨਾਂ ਨੇ ਕਿਹਾ ਵੀ ਇੱਕ ਜੇ ਵੀਜ਼ਾ ਆਊਗਾ ਤੁਹਾਡੀ ਘਰ ਵਾਲੀ ਦਾ ਫੇਰ ਹੀ ਤੁਹਾਨੂੰ ਵੀਜ਼ਾ ਦੇਣਾ, ਤੁਸੀਂ ਇਕੱਠੇ ਅਪਲਾਈ ਕਰ ਸਕਦੇ ਆ। ਜੇ ਘਰ ਦੇਖੋ ਵਾਲੀ ਦੀ ਪ੍ਰੋਫਾਈਲ ਇਹਦੇ 'ਚ ਹਾਂਜੀ ਸਿਮਰ ਮੈਂ ਨਾ ਐਡ ਕਰ ਦਿੰਦਾ ਇੱਕ ਚੀਜ਼, ਇਹ ਐਵੇਂ ਆ ਵੀ ਜੇ ਤੁਹਾਡੀ ਪ੍ਰੋਫਾਈਲ ਪਹਿਲੇ ਦਿਨ ਵੀ ਉਹੀ ਜੀ ਹੈਗੀ ਜਿਹੜੀ 6 ਮਹੀਨਿਆਂ ਬਾਅਦ ਤੁਸੀਂ ਵੀਜ਼ਾ ਲਾਉਣ ਵਾਸਤੇ ਲਾਉਣੀ ਆ, ਤਾਂ ਜੇ ਤੁਹਾਡਾ ਪਹਿਲੇ ਦਿਨ ਉਸ ਪ੍ਰੋਫਾਈਲ ਤੇ ਅਪਰੂਵ ਹੋਣਾ ਤਾਂ ਉਹ 6 ਮਹੀਨਿਆਂ ਬਾਅਦ ਵੀ ਹੋਣਾ। ਜੇ ਪਹਿਲੇ ਦਿਨ ਤੁਹਾਡਾ ਰਿਜੈਕਟ ਹੋਣਾ ਤਾਂ 6 ਮਹੀਨਿਆਂ ਬਾਅਦ ਵੀ ਰਿਜੈਕਟ ਹੋਣਾ। ਟਾਈਮ ਦਾ ਕੋਈ ਉਹਦੇ 'ਚ ਮਸਲਾ ਹੀ ਹੈ ਨਹੀਂ, ਕਿਉਂਕਿ ਉਹ ਟਾਈਮ ਤੁਸੀਂ ਅੱਡ ਰਹਿ ਰਹੇ ਹੋ ਇੱਕ ਦੂਜੇ ਨਾਲੋਂ। ਉਹ ਟਾਈਮ ਦੇ ਵਿੱਚ ਓਨਲੀ ਚੀਜ਼ ਜਿਹੜੀ ਤੁਸੀਂ ਸ਼ੋਅ ਕੀਤੀ ਹੈ, ਕਮਿਊਨੀਕੇਸ਼ਨ ਸ਼ੋਅ ਕੀਤੀ ਹੈ ਇੱਕ ਦੂਜੇ ਨਾਲ, ਵੀ ਤੁਸੀਂ ਇੱਕ ਦੂਜੇ ਨੂੰ ਕਿਵੇਂ ਸਪੋਰਟ ਕਰਦੇ ਰਹੇ ਹੋ, ਰਾਈਟ। ਹੋਰ ਤੁਹਾਡੀ ਫਾਈਲ ਦੇ ਉੱਪਰ ਕੋਈ ਵੀ ਪੋਜ਼ਿਟਿਵ ਫੈਕਟਰ ਅੱਡ ਰਹਿਣ ਦਾ ਹੈ ਨਹੀਂ, ਨੈਗੇਟਿਵ ਹੀ ਨੇ ਸਾਰੇ। ਸੋ ਜੇ ਉਹੀ ਜੀ ਪ੍ਰੋਫਾਈਲ ਤੁਸੀਂ ਪਹਿਲੇ ਦਿਨ ਮੇਰੇ ਕੋਲ ਲੈ ਕੇ ਆਓਗੇ, ਪਹਿਲੇ ਦਿਨ ਜੇ ਉਹ ਪ੍ਰੋਫਾਈਲ ਪਹਿਲੇ ਦਿਨ ਵੀਜ਼ੇ ਦੇ ਕਾਬਲ ਆ, ਉਹ 6 ਮਹੀਨਿਆਂ ਬਾਅਦ ਵੀ ਆ। ਜੇ ਉਹ 6 ਮਹੀਨਿਆਂ ਬਾਅਦ ਰਿਜੈਕਟ ਹੋਣੀ ਆ ਤਾਂ ਉਹ ਪਹਿਲੇ ਦਿਨ ਵੀ ਰਿਜੈਕਟ ਹੋਣੀ ਆ। ਫਰਕ ਹੀ ਕੋਈ ਨਹੀਂ, ਸਿੱਧੀ ਜੀ ਠੀਕ ਗੱਲ ਹੈ ਹੈ ਜੀ, ਠੀਕ ਹੈ। ਸਮਝਣ ਵਾਲੀ। ਨਾਲੇ ਤੁਸੀਂ ਇਮੀਗ੍ਰੇਸ਼ਨ ਫਰਾਡ ਤੋਂ ਬਚ ਸਕਦੇ ਹੋ ਜੇ ਤੁਹਾਡੀ ਪ੍ਰੋਫਾਈਲ ਚੰਗੀ, ਤੁਸੀਂ ਇਕੱਠੇ ਅਪਲਾਈ ਕਰਕੇ ਆ ਜਾਓ। ਜੇ ਤੁਹਾਨੂੰ ਲੱਗਦਾ ਕੁਝ ਗੱਲਾਂ, ਕਿਉਂਕਿ ਮਨਮੁਟਾਵ ਬਾਈ ਜੀ ਡਿਸਟੈਂਸ ਵੱਧਦਾ ਵੱਧ ਜਾਂਦੇ ਆ।